सब्सक्राइब करें नेशनल बस और साथ ही दबाएं बेल आइकन। कैप्टन सरकार बिल्कुल कन्फ्यूज्ड है, एब्सोल्यूटली कन्फ्यूज्ड है। ਦਿਨਕਰ ਗੁਪਤਾ ਜੀ ਦੀ ਡੀਜੀਪੀ ਪੰਜਾਬ, ਉਹਨਾਂ ਦੀ ਅਪਾਇੰਟਮੈਂਟ ਨੂੰ ਵੀ ਕੈਟ ਨੇ ਸੈਟੀਸਾਈਡ ਕੀਤਾ। ਸੀਰੀਅਸ ਐਲੀਗੇਸ਼ਨਸ ਵੀ ਸੀਗੇ ਕਿ ਉਹਨਾਂ ਦੇ ਉੱਤੇ ਪਹਿਲਾਂ ਕਿਸ ਤਰ੍ਹਾਂ ਡਰੱਗਸ ਮੈਟਰਸ ਦੇ ਵਿੱਚ ਉਹਨਾਂ ਦੇ ਖਿਲਾਫ ਕੁਝ ਫਾਈਂਡਿੰਗਸ ਆਈਆਂ ਸੀ। ਜੇ ਤੁਸੀਂ ਸੁਰੇਸ਼ ਕੁਮਾਰ ਜੀ ਦਾ ਕੇਸ ਲੈਂਦੇ ਹੋ ਤਾਂ ਮੈਰਿਟਸ ਦੇ ਉੱਤੇ ਸਟੇ ਨਹੀਂ ਸੀਗਾ। ਉਹਨਾਂ ਦੀ ਡਿਮੋਸ਼ਨ ਕਿਸ ਬੇਸਿਸ ਤੇ ਹੋ ਰਹੀ ਹੈ? ਪਹਿਲੀ ਵਾਰ ਇਸ ਡਿਪਾਰਟਮੈਂਟ ਦੀ ਹਿਸਟਰੀ 'ਚ ਇਹ ਹੋਇਆ, ਸਰਕਾਰ ਦੀ ਜਿਹੜੀ ਪ੍ਰਾਇੋਰਿਟੀਜ਼ ਹੈ, ਮੈਨੂੰ ਐਂ ਲੱਗ ਰਿਹਾ ਦੋਜ਼ ਆਰ ਮਿਸਪਲੇਸਡ। ਡਿਸਪਿਊਟ ਇਹਨਾਂ ਦਾ ਰਾਈਜ਼ ਇਸ ਗੱਲ ਤੋਂ ਹੋਇਆ ਕਿ 2018 ਦੇ ਵਿੱਚ ਜਦੋਂ ਮਿਸਟਰ ਘੁੰਮਣ ਵਾਜ਼ ਉਹਨਾਂ ਨੂੰ ਸਰਵ ਕਰਦੇ ਹੋਏ ਆਲਰੇਡੀ ਐਜ਼ HOD 1 ਸਾਲ ਹੋ ਚੁੱਕਿਆ ਸੀ। 8 ਦੀ ਬਜਾਏ 22 ADGP ਹੈ ਤੇ 3 ਦੀ ਬਜਾਏ ਸਾਡੇ ਕੋਲ 8 DGP ਨੇ। ਡਿਜ਼ਰਵਿੰਗ ਆਫੀਸਰਸ ਨੇ, ਉਹਨਾਂ ਨੂੰ ਸਾਈਡਲਾਈਨ ਕੀਤਾ ਜਾਂਦਾ, ਉਹਨਾਂ ਨੂੰ ਡਿਮੋਟ ਕੀਤਾ ਤਾਂ ਕਿਸ ਬੇਸਿਸ ਤੇ ਕਰਦੇ ਪਏ ਨੇ? ਪੰਜਾਬ ਸਰਕਾਰ ਨੇ ਬੜੀ ਚਲਾਕੀ ਨਾਲ ਇੱਕ ਕੰਮ ਹੋਰ ਕੀ ਕੀਤਾ, ਆਫੀਸਰਸ ਆਪਣੇ ਲੈਵਲ ਤੇ ਹੀ ਉਸ ਫਾਈਲ ਨੂੰ ਦਬਾ ਕੇ ਰੱਖਦੇ ਨੇ। ਮੇਰੇ ਆਫੀਸਰਸ ਜੋ ਥੱਲੇ ਕਰ ਰਹੇ ਨੇ ਮੈਨੂੰ ਨਹੀਂ ਪਤਾ, ਔਰ ਹੀ ਇਜ਼ ਹੈਂਡ ਇਨ ਗਲਵ। ਕਮਾਂਡੈਂਟ ਜਨਰਲ ਦੀ ਪੋਸਟ ਨੂੰ ਅਸੀਂ ਰਿਡਿਊਸ ਕਰਕੇ ਐਡੀਸ਼ਨਲ ਕਮਾਂਡੈਂਟ ਜਨਰਲ ਕਵਾਂਗੇ। ਦਿਨਕਰ ਗੁਪਤਾ ਜੀ ਨੂੰ ਕਿਹਾ ਜਾਵੇ ਤੁਸੀਂ DGP ਨਾ ਹੋ ਕੇ ਐਡੀਸ਼ਨਲ DGP ਲੱਗ ਜਾਓ, ਐਡਵੋਕੇਟ ਜਨਰਲ ਦੀ ਓਪੀਨੀਅਨ ਦੇ ਅਗੇਂਸਟ ਜਾ ਰਹੇ ਨੇ। ਸਰਕਾਰ ਅਪਾਇੰਟ ਕਰਦੀ ਹੈ ਤਾਂ ਸਰਕਾਰ ਦੇ ਆਪਣੇ ਆਰਡਰ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਰਹਿ ਜਾਂਦੀ। ਜਿਹੜਾ ਕੋਈ ਓਪਰਚੁਨਿਸਟਿਕ ਆਫੀਸਰ ਹੋਏਗਾ ਉਹਦਾ ਧਿਆਨ ਸਿਰਫ ਇਸ ਵੱਲ ਰਹੇਗਾ ਕਿਸ ਤਰ੍ਹਾਂ ਮੈਂ ਕਿਸੇ ਦੂਸਰੇ ਦੀ ਪੋਸਟ ਨੂੰ ਗ੍ਰੈਬ ਕਰਾਂ। ਕਿਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਨਫਿਊਜ਼ਡ ਹੈ? 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਔਰ ਆਂਦੇ ਹੀ ਉਹਨਾਂ ਨੇ ਇੱਕ ਪੋਸਟ ਕ੍ਰੀਏਟ ਕੀਤੀ, ਚੀਫ ਪ੍ਰਿੰਸੀਪਲ ਸੈਕਟਰੀ ਟੂ CM। ਉਸ ਪੋਸਟ ਦੇ ਉੱਪਰ ਸੁਰੇਸ਼ ਕੁਮਾਰ ਜੀ ਨੂੰ ਅਪਾਇੰਟ ਕਰਤਾ ਗਿਆ। ਉਸ ਤੋਂ ਬਾਅਦ ਉਹ ਜਿਹੜੀ ਅਪਾਇੰਟਮੈਂਟ ਸੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਹੋ ਗਈ ਔਰ ਹਾਲੇ ਤੱਕ ਉਹ ਮਸਲਾ ਕੋਰਟ ਦੇ ਵਿੱਚ ਚੱਲ ਰਿਹਾ, ਹਾਲੇ ਉਹਦਾ ਕੋਈ ਫੈਸਲਾ ਨਹੀਂ ਆਇਆ। ਉਸ ਤੋਂ ਬਾਅਦ ਦਿਨਕਰ ਗੁਪਤਾ ਜਿਹੜੇ DGP ਪੰਜਾਬ ਨੇ, ਉਹਨਾਂ ਨੂੰ ਸੀਨੀਅਰ ਅਫਸਰਾਂ ਨੂੰ ਇਗਨੋਰ ਕਰਕੇ ਔਰ ਉਹਨਾਂ ਨੂੰ ਅਪਾਇੰਟ ਕਰਤਾ ਗਿਆ। ਕੈਟ ਦਾ ਇੱਕ ਡਿਸੀਜਨ ਆਇਆ ਜਿਸ ਵਿੱਚ ਉਹਨਾਂ ਦੀ ਅਪਾਇੰਟਮੈਂਟ ਨੂੰ ਸੈਟੀਸਾਈਡ ਕਰਤਾ, ਬਰਖਾਸਤ ਕਰਤਾ ਉਹਨਾਂ ਨੂੰ DGP ਦੀ ਪੋਸਟ ਤੋਂ। ਉਸ ਅਪਾਇੰਟਮੈਂਟ ਵਿੱਚ 30 ਸਾਲ ਦਾ ਐਕਸਪੀਰੀਅੰਸ ਔਰ 20 ਪੁਲਿਸਿੰਗ ਪੁਆਇੰਟ ਲੈਣੇ ਸੀ, ਪਰ ਦਿਨਕਰ ਗੁਪਤਾ ਜੀ ਨੂੰ ਐਡਜਸਟ ਕਰਨ ਲਈ ਉਹਨਾਂ ਨੇ 5 ਪੁਲਿਸਿੰਗ ਦੇ ਪੁਆਇੰਟ ਲੈ ਲਏ ਔਰ 10 ਸਾਲ ਦਾ ਐਕਸਪੀਰੀਅੰਸ ਲੈ ਲਿਆ, ਜਿੱਥੇ ਤੱਕ ਸਾਨੂੰ ਨੌਲੇਜ ਹੈ। ਹੁਣ ਇੱਕ ਨਵਾਂ ਮਸਲਾ ਆਇਆ ਹੈ, KS ਘੁੰਮਣ ਜਿਹੜੇ ਕਿ ਹੋਮ ਗਾਰਡ ਦੇ ਕਮਾਂਡੈਂਟ ਜਨਰਲ ਅਪਾਇੰਟ ਹੋਏ ਨੇ। ਪਹਿਲਾਂ CM ਸਾਹਿਬ ਨੇ ਉਹਦੀ ਅਪਰੂਵਲ ਦਿੱਤੀ, DPC ਹੋਈ, ਪ੍ਰੋਪਰ ਸਾਰਾ ਪ੍ਰੋਸੀਜਰ ਚੱਲਿਆ, ਉਸ ਤੋਂ ਬਾਅਦ ਉਹਨਾਂ ਨੂੰ ਅਪਾਇੰਟ ਕਰਤਾ ਗਿਆ। ਹੁਣ ਸਡਨਲੀ ਫੈਸਲਾ ਲਿਆ ਸਰਕਾਰ ਨੇ ਕਿ ਇਹਨਾਂ ਨੂੰ ਡਿਮੋਟ ਕਰਤਾ ਜਾਵੇ। ਅਸੀਂ ਇਸ 'ਚ ਗੱਲਬਾਤ ਕਰਦੇ ਹਾਂ ਅਤੁਲ ਜੀ ਨਾਲ, ਜਿਹੜੇ ਕਿ ਘੁੰਮਣ ਸਾਹਿਬ ਦੇ ਵਕੀਲ ਨੇ। ਦੇਖੋ ਜੀ, ਮੈਂ ਕਹੂੰਗਾ ਕੈਪਟਨ ਸਰਕਾਰ ਬਿਲਕੁਲ ਕਨਫਿਊਜ਼ਡ ਹੈ, ਐਬਸੋਲੂਟਲੀ ਕਨਫਿਊਜ਼ਡ ਹੈ। ਇੱਕ ਤੋਂ ਬਾਅਦ ਇੱਕ ਉਹਨਾਂ ਦੇ ਆਫੀਸਰਸ ਦੇ ਕੇਸ ਇਹੋ ਜਿਹੇ ਆਉਂਦੇ ਪਏ ਨੇ ਜਿਹੜੇ ਕੋਰਟ ਦੀ ਸਕਰੂਟਨੀ ਨੂੰ ਸਹਿਨ ਨਹੀਂ ਕਰ ਪਾ ਰਹੇ ਨੇ। ਦੇਖੀਏ, ਸਭ ਤੋਂ ਪਹਿਲਾਂ ਇਹਨਾਂ ਨੇ ਆਪਾਂ ਜਿਵੇਂ ਤੁਸੀਂ ਐਗਜ਼ਾਮਪਲ ਦਿੱਤਾ ਹੈਗਾ ਸੁਰੇਸ਼ ਕੁਮਾਰ ਜੀ ਦਾ, ਉਹਨਾਂ ਦੀ ਅਪਾਇੰਟਮੈਂਟ ਕੀਤੀ ਗਈ ਸੀਗੀ। ਅਲਟੀਮੇਟਲੀ ਆਪਣੀ ਹਾਈ ਕੋਰਟ ਨੇ, ਸਾਡੀ ਹਾਈ ਕੋਰਟ ਨੇ ਸਪੈਸੀਫਿਕ ਵਰਡਸ ਦੇ ਵਿੱਚ ਇਸ ਗੱਲ ਨੂੰ ਬੋਲਿਆ ਕਿ ਉਹ ਅਪਾਇੰਟਮੈਂਟ ਆਰਟੀਕਲ 166 ਦੇ ਅਗੇਂਸਟ ਹੈ, ਗਵਰਨਰ ਦੇ ਕੋਲ ਜਿਹੜੀ ਪਾਵਰਸ ਹੁੰਦੀ ਰੂਲ ਬਣਾਉਣ ਦੇ ਵਿੱਚ ਉਹਦੇ ਅਗੇਂਸਟ ਹੈ, ਸੋ ਦੇਅਰਫੋਰ ਉਹ ਨਹੀਂ ਸਰਵਾਈਵ ਕਰ ਸਕਦੀ। ਇਸੀ ਤਰ੍ਹਾਂ ਜੇ ਤੁਸੀਂ ਗੱਲ ਕਰਦੇ ਹੋ ਦਿਨਕਰ ਗੁਪਤਾ ਜੀ ਦੀ DGP ਪੰਜਾਬ, ਉਹਨਾਂ ਦੀ ਅਪਾਇੰਟਮੈਂਟ ਨੂੰ ਵੀ ਕੈਟ ਨੇ ਸੈਟੀਸਾਈਡ ਕੀਤਾ, ਸਪੈਸੀਫਿਕਲੀ ਮੈਂਸ਼ਨਿੰਗ ਕਿ ਜੀ ਉਹਦੇ ਵਿੱਚ ਪ੍ਰੋਸੀਜਰਸ ਫੋਲੋ ਨਹੀਂ ਕੀਤੇ ਜਾ ਰਹੇ ਸੀਗੇ। ਜੋ ਪ੍ਰਕਾਸ਼ ਸਿੰਘ ਸੁਪਰੀਮ ਕੋਰਟ ਦੀ ਜਜਮੈਂਟ ਸੀ ਉਹਦੇ ਵਿੱਚ ਜੋ ਕ੍ਰਾਈਟੀਰੀਆਜ਼ ਦੱਸੇ ਗਏ ਸੀਗੇ ਉਹਨਾਂ ਨੂੰ ਫੋਲੋ ਨਹੀਂ ਕੀਤਾ ਗਿਆ। ਇਨਫੈਕਟ ਜੇ ਤੁਸੀਂ ਉਸ ਜਜਮੈਂਟ ਨੂੰ ਪੜ੍ਹੋ ਤਾਂ ਉਹਦੇ ਵਿੱਚ ਬੜੇ ਸੀਰੀਅਸ ਐਲੀਗੇਸ਼ਨਸ ਵੀ ਸੀਗੇ ਕਿ ਉਹਨਾਂ ਦੇ ਉੱਤੇ ਪਹਿਲਾਂ ਕਿਸ ਤਰ੍ਹਾਂ ਡਰੱਗਸ ਮੈਟਰਸ ਦੇ ਵਿੱਚ ਉਹਨਾਂ ਦੇ ਖਿਲਾਫ ਕੁਝ ਫਾਈਂਡਿੰਗਸ ਆਈਆਂ ਸੀ। ਦੇਅਰਫੋਰ ਫੋਰਮ ਪ੍ਰੋਪਰ ਨਹੀਂ ਸੀਗਾ, ਉਹਨਾਂ ਦੀ ਅਪਾਇੰਟਮੈਂਟ ਪ੍ਰੋਪਰ ਨਹੀਂ ਹੈ, ਜਿਹਦੇ ਬਾਰੇ ਸਪੈਸੀਫਿਕਲੀ ਬੋਲਿਆ ਗਿਆ। ਔਰ ਅਲਟੀਮੇਟਲੀ ਜੇ ਤੁਸੀਂ ਉਹਨਾਂ ਦੋਨਾਂ ਕੇਸਿਸ ਦੇ ਵਿੱਚ ਜੇ ਸਟੇ ਆਰਡਰਸ ਨੂੰ ਦੇਖੋਗੇ ਤਾਂ ਬੜੀ ਇੰਟਰਸਟਿੰਗ ਗੱਲ ਹੈ ਕਿ ਦੋਨਾਂ ਕੇਸਾਂ ਦੇ ਵਿੱਚ ਸਟੇ ਆਰਡਰ ਕਿਸ ਪੁਆਇੰਟ ਤੇ ਮਿਲਿਆ। ਦੇਖੀਏ, ਜੇ ਤੁਸੀਂ ਦਿਨਕਰ ਗੁਪਤਾ ਜੀ ਦਾ ਆਰਡਰ ਦੇਖਦੇ ਹੋ, LPH ਜਦੋਂ ਚੈਲੰਜ ਹੋਇਆ ਤਾਂ ਇੰਟਰਿਮ ਵਾਸਤੇ ਉਹਨਾਂ ਨੂੰ ਇਹ ਪ੍ਰੇਅਰ ਕਰਨੀ ਪਈ ਅਲਟੀਮੇਟਲੀ ਕਿ ਜੀ ਬਾਰਡਰ ਏਰੀਆ ਹੈ, ਸਿਕਿਉਰਿਟੀ ਇਸ਼ੂ ਹੋ ਜਾਏਗਾ, ਦੇਅਰਫੋਰ ਸਟੇਟ ਕੈਨੋਟ ਬੀ ਵਿਦਆਊਟ ਅ DGP, ਦੇਅਰਫੋਰ ਸਾਨੂੰ ਸਟੇ ਦਿੱਤਾ ਜਾਵੇ। ਔਰ ਇਸੀ ਤਰ੍ਹਾਂ ਜੇ ਤੁਸੀਂ ਸੁਰੇਸ਼ ਕੁਮਾਰ ਜੀ ਦਾ ਕੇਸ ਲੈਂਦੇ ਹੋ ਤਾਂ ਮੈਰਿਟਸ ਦੇ ਉੱਤੇ ਸਟੇ ਨਹੀਂ ਸੀਗਾ, ਦੀ ਸਟੇ ਵਾਜ਼ ਮੋਰ ਔਰ ਲੈਸ ਔਨ ਦੀ ਗਰਾਊਂਡ ਕਿ ਜੀ ਕੋਰਟ ਦੇ ਕੋਲ ਉਸ ਵੇਲੇ ਇਹ ਰੋਸਟਰ ਨਹੀਂ ਸੀਗਾ। ਦੇਅਰਫੋਰ ਦਿਸ ਇਜ਼ ਐਨ ਇਸ਼ੂ ਕਿ ਕਿਆ ਕੋਰਟ ਉਸ ਇਸ਼ੂ ਨੂੰ ਡਿਸਾਈਡ ਕਰ ਸਕਦੀ ਸੀ ਕਿ ਨਹੀਂ। ਸੋ ਔਨ ਦੋਜ਼ ਟੈਕਨੀਕੈਲਿਟੀ ਸਟੇ ਮਿਲਿਆ ਹੈ, ਅਦਰਵਾਈਜ਼ ਸਟੇ ਨਹੀਂ ਮਿਲਣਾ ਸੀ। ਹੁਣ ਜੋ ਇੱਕ ਨਵਾਂ ਮੈਟਰ ਆ ਖੜਾ ਹੋਇਆ ਹੈ ਉਹ ਹੈ ਹੋਮ ਗਾਰਡਸ ਦੇ ਵਿੱਚ DGP ਦੀ
ਜਾਂ ਕਮਾਂਡੈਂਟ ਜਨਰਲ ਜੋ ਹੈਡ ਆਫ ਦੀ ਡਿਪਾਰਟਮੈਂਟ ਹੈ ਉਹਦੀ ਅਪਾਇੰਟਮੈਂਟ ਨੂੰ ਲੈ ਕੇ। ਦੇਖੀਏ ਮਿਸਟਰ KS ਘੁੰਮਣ ਜੋ ਕਿ ਇਸ ਡਿਪਾਰਟਮੈਂਟ ਦੇ ਵਿੱਚ ਬਹੁਤ ਦੇਰ ਤੋਂ ਸਰਵ ਕਰਦੇ ਆ ਰਹੇ ਨੇ, ਕਾਫੀ ਦੇਰ ਤੋਂ ਸਰਵਿਸ ਦੇ ਵਿੱਚ ਹੈਗੇ ਨੇ। ਹੀ ਵਾਜ਼ ਅਪਾਇੰਟਡ ਐਜ਼ HOD ਆਫ ਦੀ ਡਿਪਾਰਟਮੈਂਟ ਵਿੱਚ, ਜਿਨ੍ਹਾਂ ਨੂੰ ਕਮਾਂਡੈਂਟ ਜਨਰਲ ਕਿਹਾ ਜਾਂਦਾ ਰੂਲਸ ਦੇ ਵਿੱਚ, ਇਨ ਦੀ ਈਅਰ 2017। ਇਨਫੈਕਟ ਕਮਾਂਡੈਂਟ ਜਨਰਲ ਨੂੰ ਅਪਾਇੰਟ ਕਰਨ ਵਾਸਤੇ 2 ਐਂਟਰੀ ਪੁਆਇੰਟਸ ਨੇ, 2 ਤਰੀਕੇ ਰੱਖੇ ਗਏ ਨੇ ਰੂਲਸ ਦੇ ਅਕੋਰਡਿੰਗਲੀ ਕਿ ਜੀ ਜਾਂ ਤਾਂ ਕੋਈ ਇੱਕ ਰੈਂਕ ਥੱਲੇ ਡਿਪਟੀ ਕਮਾਂਡੈਂਟ ਜਨਰਲ ਜਾਂ ਡਿਵੀਜ਼ਨਲ ਕਮਾਂਡੈਂਟ ਜਨਰਲ ਦੀ 8 ਸਾਲ ਦੀ ਸਰਵਿਸ ਹੋਵੇ ਤਾਂ ਉਸ ਨੂੰ ਪ੍ਰਮੋਟ ਕਰਕੇ ਕਮਾਂਡੈਂਟ ਜਨਰਲ ਲਗਾਇਆ ਜਾ ਸਕਦਾ ਹੈ। ਔਰ ਇਫ ਇਨ ਕੇਸ ਜੇ ਉਹ ਅਵੇਲੇਬਲ ਨਹੀਂ ਹੈ ਦੈਨ ਓਨਲੀ ਪੁਲਿਸ ਡਿਪਾਰਟਮੈਂਟ ਦੇ ਵਿੱਚੋਂ ਕਿਸੇ DGP ADGP ਰੈਂਕ ਦੇ ਆਫਿਸਰ ਨੂੰ ਲਿੱਤਾ ਜਾ ਸਕਦਾ ਹੈ। ਸੋ ਅੱਜ ਤੱਕ ਹੁੰਦਾ ਇਹ ਜਾ ਰਿਹਾ ਸੀਗਾ ਕਿ ਕੋਈ ਆਫਿਸਰ ਇਸ ਕ੍ਰਾਈਟੇਰੀਆ ਨੂੰ ਫੁੱਲਫਿਲ ਕਰਦਾ ਨਹੀਂ ਸੀ ਫਰੋਮ ਦੀ ਪੇਰੈਂਟ ਡਿਪਾਰਟਮੈਂਟ, ਤਾਂ ਇਸ ਲਈ IPS ਆਫਿਸਰਸ ਦੀ ਇੱਕ ਲੌਬੀ ਹੈ ਜੋ ਉਸ ਡਿਪਾਰਟਮੈਂਟ ਨੂੰ ਹੈਡ ਕਰਦੀ ਜਾ ਰਹੀ ਸੀ। ਬਟ KS ਘੁੰਮਣ ਜੀ ਦੇ ਨਾਲ ਪਹਿਲੀ ਵਾਰ ਇਸ ਡਿਪਾਰਟਮੈਂਟ ਦੀ ਹਿਸਟਰੀ 'ਚ ਇਹ ਹੋਇਆ ਦੈਟ ਹੀ ਵਾਜ਼ ਐਨ ਆਫਿਸਰ ਜੋ ਇਸ ਰੈਂਕ ਤੇ ਇਸ ਕ੍ਰਾਈਟੇਰੀਆ ਨੂੰ ਫੁੱਲਫਿਲ ਕਰਦੇ ਸੀ। ਸੋ ਬਕਾਇਦਾ ਉਹਨਾਂ ਦੀ ਫਾਈਲ ਥਰੂ ਡਿਪਾਰਟਮੈਂਟ ਆਫ ਪਰਸੋਨਲ, ਥਰੂ ਡਿਪਾਰਟਮੈਂਟ ਆਫ ਹੋਮ ਅਫੇਅਰਸ ਪਾਸ ਹੋਈਆਂ, ਚੀਫ ਮਿਨਿਸਟਰ ਦੇ ਸਾਈਨ ਹੋਏ ਉਹਨਾਂ ਦੀ ਡਿਪਾਰਟਮੈਂਟਲ DPC ਪ੍ਰੋਸੀਡਿੰਗਸ ਦੇ ਉੱਤੇ, ਔਰ ਉਹਨਾਂ ਨੂੰ ਐਜ਼ ਹੈਡ ਆਫ ਦੀ ਡਿਪਾਰਟਮੈਂਟ ਅਪਾਇੰਟ ਕੀਤਾ ਗਿਆ। ਸੋ ਦੀ ਚੈਪਟਰ ਵਾਜ਼ ਕਲੋਜ਼, ਕੋਈ ਇਹਦੇ ਵਿੱਚ ਡਿਸਪਿਊਟ ਨਹੀਂ ਸੀਗਾ। ਬਟ ਸਰਕਾਰ ਦੀ ਜਿਹੜੀ ਪ੍ਰਾਇੋਰਿਟੀਜ਼ ਹੈ ਮੈਨੂੰ ਇਹ ਲੱਗ ਰਿਹਾ ਦੋਜ਼ ਆਰ ਮਿਸਪਲੇਸਡ। ਇਸ ਵਕਤ ਸਰਕਾਰ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਕੋਵਿਡ ਦੇ ਟਾਈਮ ਦੇ ਉੱਤੇ ਜਿੱਥੇ ਉਹਨਾਂ ਦੀ ਪ੍ਰਾਇੋਰਿਟੀਜ਼ ਹੈਲਥ ਤੇ ਸੇਫਟੀ ਵੱਲ ਹੋਣੀ ਚਾਹੀਦੀ ਹੈ, ਦੇਅਰ ਪ੍ਰਾਇੋਰਿਟੀਜ਼ ਔਰ ਉਹਨਾਂ ਦਾ ਇੰਟਰਸਟ ਜਿਹੜਾ ਹੈਗਾ ਉਹ ਇੰਟਰ ਡਿਪਾਰਟਮੈਂਟ ਪੋਲੀਟਿਕਸ ਖੇਲਣ ਦੇ ਵੱਲ ਜ਼ਿਆਦਾ ਹੈਗਾ। ਉਹਨਾਂ ਨੂੰ ਇਹ ਫਿਕਰ ਜ਼ਿਆਦਾ ਹੈਗੀ ਹੈ ਕਿ ਸਾਡਾ ਕੋਈ IPS ਆਫਿਸਰ ਇਹੋ ਜਿਹਾ ਰਹਿ ਨਾ ਜਾਵੇ ਜੋ ਕਿਸੇ ਡਿਪਾਰਟਮੈਂਟ ਨੂੰ ਹੈਡ ਨਾ ਕਰਦਾ ਹੋਵੇ। ਆਈ ਡੋਂਟ ਅੰਡਰਸਟੈਂਡ ਕਿ ਕੀ ਇਹਦੇ ਪਿੱਛੇ ਮੋਟਿਵ ਹੈ ਤੇ ਆਬਜੈਕਟਿਵ ਹੈ ਕਿ ਇੱਕ IPS ਆਫਿਸਰ ਹੀ ਇਸ ਡਿਪਾਰਟਮੈਂਟ ਨੂੰ ਹੈਡ ਕਰਨਾ ਚਾਹੀਦਾ ਜਦਕਿ ਇਹੋ ਜਿਹੀ ਕੋਈ ਰਿਕੁਆਇਰਮੈਂਟ ਨਹੀਂ ਹੈ ਰੂਲ ਦੇ ਅੰਦਰ ਤੇ ਲਾਅ ਦੇ ਅੰਦਰ। ਸੋ ਡਿਸਪਿਊਟ ਇਹਨਾਂ ਦਾ ਰਾਈਜ਼ ਇਸ ਗੱਲ ਤੋਂ ਹੋਇਆ ਕਿ 2018 ਦੇ ਵਿੱਚ ਜਦੋਂ ਮਿਸਟਰ ਘੁੰਮਣ ਵਾਜ਼ ਉਹਨਾਂ ਨੂੰ ਸਰਵ ਕਰਦੇ ਹੋਏ ਆਲਰੇਡੀ ਐਜ਼ HOD 1 ਸਾਲ ਹੋ ਚੁੱਕਿਆ ਸੀ। ਹੁਣ ਪ੍ਰੋਬਲਮ ਇਹ ਹੈ ਕਿ ਇਹਨਾਂ ਦੇ ਕੋਲ ਜੋ ਇਹਨਾਂ ਦੀ ਕਾਡਰ ਸਟਰੈਂਥ IPS ਲੌਬੀ ਦੀ ਇੱਕ ਫਿਕਸਡ ਹੁੰਦੀ ਹੈ, ਉਹ ਪੰਜਾਬ ਦੇ ਹਿੱਸੇ ਦੇ ਵਿੱਚ 10 ਆਫਿਸਰਸ ਦੀ ਫਿਕਸਡ ਹੈ, ਜਿਹਦੇ ਵਿੱਚੋਂ 8 ADGP ਹੋਣਗੇ ਤੇ 2 DGP ਲੈਵਲ ਆਫਿਸਰ ਹੋਣਗੇ। ਮੇਰੇ ਖਿਆਲ ਨਾਲ ਉਹਦੇ ਵਿੱਚੋਂ DGP ਦੀ ਇੱਕ ਵਧਾ ਕੇ 3 ਕਰ ਦਿੱਤੀ ਗਈ ਹੈ, ਸੋ ਟੋਟਲ 11 ਹੋ ਜਾਏਗਾ। ਬਟ ਪ੍ਰੋਬਲਮ ਆ ਹੋ ਗਈ ਕਿ ਸਾਡੇ ਕੋਲ 8 ਦੀ ਬਜਾਏ 22 ADGP ਹੈ ਤੇ 3 ਦੀ ਬਜਾਏ ਸਾਡੇ ਕੋਲ 8 DGP ਨੇ। ਹੁਣ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਐਡਜਸਟ ਕਰਨਾ ਹੈ ਨਾ ਜੀ, ਪਾਰਕਿੰਗ ਸਪੇਸ ਤਾਂ ਦੇਣੀ ਪਊਗੀ। ਸੋ ਦੇਅਰਫੋਰ ਉਹਨਾਂ ਨੂੰ ਐਡਜਸਟ ਕਰਨ ਲਈ ਇਹ ਕੀ ਕਰਦੇ ਨੇ, ਜਿਹੜੇ ਅਦਰਵਾਈਜ਼ ਡਿਪਾਰਟਮੈਂਟ ਦੇ ਡਿਜ਼ਰਵਿੰਗ ਆਫਿਸਰਸ ਨੇ ਉਹਨਾਂ ਨੂੰ ਸਾਈਡਲਾਈਨ ਕੀਤਾ ਜਾਂਦਾ ਤੇ ਆਪਣੇ ਚੁਣਿੰਦਾ ਆਫਿਸਰਸ ਨੂੰ ਉਹਨਾਂ ਦੀ ਮਨਮਰਜ਼ੀ ਦੇ ਡਿਪਾਰਟਮੈਂਟਸ ਦਿੱਤੇ ਜਾਂਦੇ ਨੇ ਜਿਨ੍ਹਾਂ ਨੂੰ ਡਿਪਾਰਟਮੈਂਟ ਦੀ ਕੋਈ ਨੌਲੇਜ ਨਹੀਂ ਹੁੰਦੀ। ਜੀ ਅਤੁਲ ਜੀ, ਮੇਰਾ ਇਹ ਸਵਾਲ ਹੈ ਕਿ ਜਦੋਂ ਇੱਕ ਵਾਰੀ DPC ਹੋ ਗਈ, DPC ਹੋਣ ਤੋਂ ਬਾਅਦ ਚੀਫ ਮਿਨਿਸਟਰ ਦੀ ਅਪਰੂਵਲ ਆ ਗਈ, ਸਾਰਾ ਪ੍ਰੋਸੀਜਰ ਫੋਲੋ ਹੋ ਗਿਆ, ਉਹਨਾਂ ਨੇ ਆਪਣਾ ਚਾਰਜ ਲੈ ਲਿਆ, ਇਹ ਕੋਈ ਉਹਨਾਂ ਦੇ ਖਿਲਾਫ ਕੋਈ ਇਨਕੁਆਇਰੀ ਨਹੀਂ, ਕੋਈ ਐਸਾ ਕੇਸ ਨਹੀਂ ਵੀ ਜਿਸ ਮੁਤਲਕ ਵੀ ਕੋਈ ਵਿਜੀਲੈਂਸ ਦਾ ਹੋਵੇ, ਕੋਈ ਕਰਪਸ਼ਨ ਕੇਸ ਹੋਵੇ ਵੀ ਉਹਨਾਂ ਨੂੰ ਡਿਮੋਟ ਕਰਤਾ ਗਿਆ। ਇਹ ਕਿਸ ਤਰ੍ਹਾਂ ਇਹ ਜਸਟੀਫਾਈ ਕਰ ਰਹੀ ਹੈ ਪੰਜਾਬ ਸਰਕਾਰ ਕਿ ਉਹਨਾਂ ਦੀ ਡਿਮੋਸ਼ਨ ਕਿਸ ਬੇਸਿਸ ਤੇ ਹੋ ਰਹੀ ਹੈ? ਕਿਉਂਕਿ ਜੇ ਅਗਰ ਇੱਕ ਡਿਪਾਰਟਮੈਂਟ 'ਚ ਡਿਮੋਸ਼ਨ ਹੁੰਦੀ ਹੈ ਤੇ ਇਹਦਾ ਮਤਲਬ ਇਹ ਹੈ ਕਿ ਬਾਕੀ ਡਿਪਾਰਟਮੈਂਟਾਂ ਨੂੰ ਵੀ ਬਹਾਨਾ ਮਿਲ ਜਾਏਗਾ। ਤੁਸੀਂ ਮੈਨੂੰ ਇਹ ਦੱਸੋ ਵੀ ਕਿਆ ਇਸ ਵਿੱਚ ਕੈਪਟਨ ਸਰਕਾਰ ਕੋਲ ਕੋਈ ਇਖਤਿਆਰ ਹੈ ਐਸਾ ਕਿ ਵੀ ਇਹ ਡਿਮੋਸ਼ਨ ਕਰ ਸਕਣ? ਦੂਸਰਾ ਮੇਰਾ ਇਹ ਨਾਲ ਹੀ ਹੈ ਕਿ ਕਿਆ ਐਡਵੋਕੇਟ ਜਨਰਲ ਤੋਂ ਇਹਨਾਂ ਨੇ ਅਪਰੂਵਲ ਲਈ, ਉਹਨਾਂ ਲੀਗਲ ਰੈਮੀਡੀਜ਼ ਪੁੱਛੀਆਂ ਕਿ ਅਸੀਂ ਇਹ ਬੰਦੇ ਨੂੰ ਡਿਮੋਟ ਕਰ ਸਕਦੇ ਹਾਂ ਇੱਕ ਵਾਰੀ ਪ੍ਰਮੋਟ ਕਰਨ ਤੋਂ ਬਾਅਦ? ਜੀ, ਮੈਂ ਤੁਹਾਡੇ ਦੋਨਾਂ ਸਵਾਲਾਂ ਦੇ ਜਵਾਬ ਦੇਣਾ ਚਾਹੂੰਗਾ। ਦੇਖੋ ਜੀ, ਪਹਿਲਾ ਸਵਾਲ ਤਾਂ ਆਪਣਾ ਆ ਹੈਗਾ ਹੈ ਕਿ ਉਹਨਾਂ ਨੂੰ ਡਿਮੋਟ ਕੀਤਾ ਤਾਂ ਕਿਸ ਬੇਸਿਸ ਤੇ ਕਰਦੇ ਪਏ ਨੇ। ਬਿਲਕੁਲ, ਦੇਖੋ ਇਹਨਾਂ ਨੇ ਬਹਾਨਾ ਲਿੱਤਾ ਜੀ IPS ਕਾਡਰ ਸਟਰੈਂਥ ਜੋ ਕਿ 1955 ਦੇ ਵਿੱਚ ਫਿਕਸ ਹੋਇਆ ਸੀਗਾ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਉਹਦੇ ਵਿੱਚ ਇੱਕ ਪੋਸਟ ਹੁੰਦੀ ਹੈ DGP ਹੋਮ ਗਾਰਡਸ ਐਂਡ ਸਿਵਲ ਡਿਫੈਂਸ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਸਮਝਾਇਆ ਕਿ ਡਿਪਾਰਟਮੈਂਟ ਦਾ ਹੈਡ ਹੈ ਕਮਾਂਡੈਂਟ ਜਨਰਲ ਤੇ DGP ਹੋਮ ਗਾਰਡ ਐਂਡ ਸਿਵਲ ਡਿਫੈਂਸ ਕਮਾਂਡੈਂਟ ਜਨਰਲ ਤੋਂ ਅਲੱਗ ਹੈ, ਉਹ ਪੋਸਟ ਬਿਲਕੁਲ ਅਲੱਗ ਹੈ। ਸਾਡੇ ਭਾਵੇਂ ਤੁਸੀਂ ਕਿਸੇ ਆਫਿਸਰ ਨੂੰ DGP ਹੋਮ ਗਾਰਡ ਐਂਡ ਸਿਵਲ ਡਿਫੈਂਸ ਲਗਾਉਣਾ ਚਾਹੁੰਦੇ ਹੋ, ਲਗਾ ਸਕਦੇ ਹੋ, ਸਾਨੂੰ ਕੋਈ ਮਨਾਹੀ ਨਹੀਂ ਹੈ, ਬਟ ਨੈਚੁਰਲੀ ਉਹ ਕਮਾਂਡੈਂਟ ਜਨਰਲ ਦੇ ਥੱਲੇ ਕੰਮ ਕਰੇਗਾ ਬਿਕੋਜ਼ ਡਿਪਾਰਟਮੈਂਟ ਦਾ ਇੱਕੋ ਹੈਡ ਹੋ ਸਕਦਾ ਹੈ। ਜੂਨੀਅਰ ਆਫਿਸਰ ਨੂੰ ਜੇ ਕੋਈ ਪ੍ਰੋਬਲਮ ਹੈ, ਉਹ ਆਪਣੇ ਡਿਪਾਰਟਮੈਂਟ ਹੈਡ ਕੋਲ ਜਾਣਾ ਚਾਹੁੰਦਾ ਤਾਂ 2 ਡਿਪਾਰਟਮੈਂਟ ਹੈਡ ਨਹੀਂ ਹੋ ਸਕਦੇ, ਕਨਫਿਊਜ਼ਨ ਹੋ ਜਾਏਗੀ। ਆਰਮਡ ਫੋਰਸਿਸ ਇੱਕ ਤਰ੍ਹਾਂ ਦੀ ਹੈ, ਡਿਸਿਪਲਿਨ ਫੋਰਸ ਹੈ, ਸੋ ਦੇਅਰਫੋਰ ਇਹਦੇ ਵਿੱਚ ਡਿਸਿਪਲਿਨ ਹੋਣਾ ਬੜਾ ਜ਼ਰੂਰੀ ਹੈਗਾ। ਬਟ ਹੁਣ ਕਿਉਂਕਿ ਇਹ ਚਾਹੁੰਦੇ ਨੇ ਕਿ ਸਾਡਾ IPS ਆਫਿਸਰ ਜਿਹੜਾ ਹੈ ਉਹ ਹੈਡ ਕਰੇ ਬਜਾਏ ਕਿ ਇੱਕ ਡਿਜ਼ਰਵਿੰਗ ਆਫਿਸਰ ਜੋ ਥਰੂ ਰੈਂਕ ਔਰ ਥਰੂ ਮੈਰਿਟ ਆਇਆ ਹੈ, ਸੋ ਦੇਅਰਫੋਰ ਇਹਨਾਂ ਨੇ ਕੀ ਕੀਤਾ, ਸਭ ਤੋਂ ਪਹਿਲਾਂ 2018 ਦੇ ਵਿੱਚ ਇੱਕ ਐਕਸ ਕਾਡਰ ਪੋਸਟ ਕ੍ਰੀਏਟ ਕੀਤੀ। ਐਕਸ ਕਾਡਰ ਪੋਸਟ ਇੱਕ ਟੈਂਪਰੇਰੀ ਪੋਸਟ ਹੁੰਦੀ ਹੈ ਜਿਹਦੇ ਵਿੱਚ ਇਹਨਾਂ ਨੇ ਸ਼੍ਰੀ BK ਬਾਵਾ ਜੀ ਨੂੰ DGP ਹੋਮ ਗਾਰਡ ਸਿਵਲ ਡਿਫੈਂਸ ਕਮ ਕਮਾਂਡੈਂਟ ਜਨਰਲ ਦੀ ਪੋਸਟ ਦਿੱਤੀ। ਸੋ ਉਹਨਾਂ ਨੂੰ ਇੱਕ DGP ਹੋਮ ਗਾਰਡ ਤੇ ਨਾਲ ਕਮਾਂਡੈਂਟ ਜਨਰਲ ਦਾ ਐਡੀਸ਼ਨਲ ਚਾਰਜ ਦਿੱਤਾ ਐਕਸ ਕਾਡਰ ਪੋਸਟ ਦੇ ਅੰਦਰ, ਜੋ ਕਿ ਅਸੀਂ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ।
ਉੱਥੇ ਸਰਕਾਰ ਨੇ ਜਿਵੇਂ ਕਿ ਬਾਕੀ ਕੇਸਾਂ ਦੇ ਵਿੱਚ ਹੋ ਰਿਹਾ, ਜਦੋਂ ਸਰਕਾਰ ਕਾਰਨਰ ਹੋ ਜਾਂਦੀ ਹੈ, ਇਹਨਾਂ ਨੇ ਬਾਰ-ਬਾਰ ਉਹਦੇ ਵਿੱਚ ਟਾਈਮ ਮੰਗਿਆ, ਟਾਈਮ ਦੀ ਬਰਬਾਦੀ ਕੀਤੀ, ਬਟ ਆਰਗੂਮੈਂਟ ਕਦੀ ਕਰਨ ਵਾਸਤੇ ਅੱਗੇ ਨਹੀਂ ਆਏ। ਤੇ ਜਦੋਂ ਉਹਦੇ ਵਿੱਚ ਜਵਾਬ ਫਾਈਲ ਕੀਤਾ ਤਾਂ ਉਹਦੇ ਵਿੱਚ ਇਹ ਮੰਨਿਆ ਕਿ ਹਾਂ ਜੀ ਇਹ ਹੋ ਨਹੀਂ ਸਕਦਾ ਸੀਗਾ, ਬਟ ਅਸੀਂ ਹੁਣ ਡਿਪਾਰਟਮੈਂਟ ਦੇ ਰੂਲਸ ਨੂੰ ਚੇਂਜ ਕਰਾਂਗੇ। ਤੇ ਇਨ ਦ ਮੀਨਵਾਈਲ ਬਾਵਾ ਜੀ ਦੀ ਬਦਲੀ ਕਰ ਦਿੱਤੀ ਗਈ, ਉਹਨਾਂ ਨੂੰ ਉਸ ਪੋਸਟ ਤੋਂ ਹਟਾ ਦਿੱਤਾ ਗਿਆ, ਬਿਕੋਜ਼ ਅਲਟੀਮੇਟਲੀ ਜੇ ਉਸ ਨੂੰ ਕੰਟੈਸਟ ਕਰਦੇ ਤਾਂ ਇਹ ਜਿੱਤਣਾ ਪਾਉਂਦੇ। ਉਹ ਕੇਸ ਹਜੇ ਵੀ ਪੈਂਡਿੰਗ ਹੈ, ਉਸ ਦੇ ਵਿੱਚ ਅਸੀਂ ਲਾਰਜਰ ਇਸ਼ੂਜ਼ ਚੱਕਦੇ ਪਏ ਸੀਗੇ ਕਿ ਜੀ ਯੈਸ ਅੱਜ ਇੱਕ ਵਾਰ ਕੀਤਾ, ਦੁਬਾਰਾ ਵੀ ਕਰ ਸਕਦੇ ਨੇ, ਇਸ ਚੀਜ਼ ਤੋਂ ਰੋਕਿਆ ਜਾਵੇ। ਕੋਵਿਡ ਲੱਗ ਗਿਆ, ਇਨ ਦ ਮੀਨਵਾਈਲ ਕੋਰਟ ਦੇ ਵਿੱਚ ਮੈਟਰਸ ਐਡਜਰਨ ਹੋਣ ਲੱਗ ਗਏ, ਉਹ ਪੈਂਡਿੰਗ ਸੀ। ਹੁਣ ਪੰਜਾਬ ਸਰਕਾਰ ਨੇ ਬੜੀ ਚਲਾਕੀ ਨਾਲ ਇੱਕ ਕੰਮ ਹੋਰ ਕੀ ਕੀਤਾ, ਉਹਨਾਂ ਨੇ ਅਸੀਂ ਬਾਰ-ਬਾਰ ਰਿਪਰੈਜ਼ੈਂਟੇਸ਼ਨਾਂ ਦਿੱਤੀਆਂ, ਅਸੀਂ ਚਿੱਠੀਆਂ ਪਾਈਆਂ, ਸੀਐਮ ਪੰਜਾਬ ਨੂੰ ਸਪੈਸੀਫਿਕਲੀ ਚਿੱਠੀ ਲਿਖੀ KS ਘੁੰਮਣ ਜੀ ਨੇ ਕਿ ਜੀ ਇਸ ਤਰ੍ਹਾਂ ਕਰਕੇ ਮੈਨੂੰ ਲੱਗ ਰਿਹਾ ਸਰਕਾਰ ਨੇ ਜਵਾਬ ਫਾਈਲ ਕੀਤਾ ਕਿ ਜੀ ਅਸੀਂ ਰੂਲਸ ਚੇਂਜ ਕਰਾਂਗੇ, ਸੋ ਪਲੀਜ਼ ਮੇਰੀ ਇਸ ਗੱਲ ਨੂੰ ਸੁਣਿਆ ਜਾਵੇ। ਮੈਂ ਰੂਲਸ ਦੀ ਤਰ੍ਹਾਂ ਅਪੁਆਇੰਟ ਹੋਇਆ, ਤੁਸੀਂ ਮੇਰੀ ਅਪਰੂਵਲ ਕੀਤੀ ਹੈ ਇਸ ਪੋਸਟ ਦੇ ਉੱਤੇ, ਸੋ ਪਲੀਜ਼ ਇਸ ਚੀਜ਼ ਨੂੰ ਐਜ਼ ਪਰ ਲਾਅ ਐਂਡ ਰੂਲਸ ਕੰਸੀਡਰ ਕੀਤਾ ਜਾਵੇ। ਮੇਰੇ ਕੋਲ ਨੋਟਿੰਗ ਹੈ ਜੀ, ਚੀਫ ਮਿਨਿਸਟਰ ਸਾਹਿਬ ਨੇ ਸਪੈਸੀਫਿਕਲੀ ਡਿਪਾਰਟਮੈਂਟ ਹੋਮ ਡਿਪਾਰਟਮੈਂਟ ਨੂੰ ਲਿਖਿਆ ਕਿ ਜੀ ਇਸ ਰਿਪਰੈਜ਼ੈਂਟੇਸ਼ਨ ਨੂੰ ਦੇਖਿਆ ਜਾਵੇ ਤੇ ਇਸ ਤੇ ਕੰਸੀਡਰ ਕੀਤਾ ਜਾਵੇ ਤੇ ਕੰਸਰਨਡ ਪਰਸਨ ਨੂੰ KS ਘੁੰਮਣ ਜੀ ਨੂੰ ਬਕਾਇਦਾ ਇਨਫੋਰਮ ਕੀਤਾ ਜਾਵੇ। ਪਰ ਜਦੋਂ ਫਾਈਲ ਵਾਪਸ ਡਿਪਾਰਟਮੈਂਟ ਦੇ ਵਿੱਚ ਆਉਂਦੀ ਹੈ, ਉਹ ਫਾਈਲ ਦੁਬਾਰਾ ਚੀਫ ਮਿਨਿਸਟਰ ਕੋਲ ਨਹੀਂ ਜਾਂਦੀ ਹੈ, ਆਫਿਸਰਸ ਆਪਣੇ ਲੈਵਲ ਤੇ ਹੀ ਉਸ ਫਾਈਲ ਨੂੰ ਦਬਾ ਕੇ ਰੱਖਦੇ ਨੇ। ਅਲਟੀਮੇਟਲੀ ਪੈਰਲਲੀ ਇੱਕ ਬੜੇ ਹੀ ਡਿਸੀਟਫੁਲ ਤਰੀਕੇ ਨਾਲ, ਧੋਖੇ ਦੇ ਤਰੀਕੇ ਨਾਲ ਇੱਕ ਫਾਈਲ ਮੂਵ ਕੀਤੀ ਜਾਂਦੀ ਹੈ ਚੀਫ ਮਿਨਿਸਟਰ ਨੂੰ ਕਿ ਜੀ ਅਸੀਂ ਹੋਮਗਾਰਡ ਦੇ ਰੂਲਸ ਦੇ ਵਿੱਚ ਅਮੈਂਡਮੈਂਟ ਕਰਨਾ ਚਾਹੁੰਦੇ ਹਾਂ, ਚੇਂਜ ਕਰਨਾ ਚਾਹੁੰਦੇ ਹਾਂ, ਸੋਧ ਕਰਨਾ ਚਾਹੁੰਦੇ ਹਾਂ, ਸੋ ਉਸ ਨੂੰ ਅਪਰੂਵ ਕੀਤਾ ਜਾਏ, ਜਿਹਦੀ ਇੱਕ ਇਨੀਸ਼ੀਅਲ ਅਪਰੂਵਲ ਲੈ ਲੈਂਦੇ ਨੇ ਚੀਫ ਮਿਨਿਸਟਰ ਨੂੰ ਬਿਨਾਂ ਦੱਸੇ ਕਿ ਜੀ ਯੈਸ ਇਸ ਪੋਸਟ ਦੇ ਉੱਤੇ ਐਜ਼ ਐਨ HOD ਕਮਾਂਡੈਂਟ ਜਨਰਲ KS ਘੁੰਮਣ ਇਜ਼ ਆਲਰੇਡੀ ਅਪੁਆਇੰਟਡ ਬਾਈ ਦੀ ਆਰਡਰਸ ਆਫ ਦੀ ਚੀਫ ਮਿਨਿਸਟਰ ਓਨਲੀ। ਉਹਨਾਂ ਇਨੀਸ਼ੀਅਲ ਅਪਰੂਵਲਸ ਦਾ ਸਹਾਰਾ ਲੈ ਕੇ ਮੇਰੀ ਰਿਪਰੈਜ਼ੈਂਟੇਸ਼ਨ ਨੂੰ ਸਾਨੂੰ ਖਾਰਜ ਕਰ ਦਿੱਤਾ ਜਾਂਦਾ ਹੈ, ਇਹ ਬੋਲ ਕੇ ਕਿ ਜੀ ਚੀਫ ਮਿਨਿਸਟਰ ਨੇ ਅਪਰੂਵਲ ਦਿੱਤੀ, ਜਦ ਕਿ ਚੀਫ ਮਿਨਿਸਟਰ ਨੂੰ ਕਦੀ ਇਹ ਇਨਫੋਰਮ ਨਹੀਂ ਕੀਤਾ ਗਿਆ ਕਿ ਜੀ ਯੈਸ ਇਸ ਰਿਪਰੈਜ਼ੈਂਟੇਸ਼ਨ ਦਾ ਕੀ ਬਣਿਆ, ਕਿਉਂ ਇਹਨੂੰ ਡਿਕਲਾਈਨ ਕੀਤਾ ਗਿਆ। ਸੋ ਚੀਫ ਮਿਨਿਸਟਰ ਆਈ ਬਿਲੀਵ ਜੋ ਮੈਨੂੰ ਲੱਗਦਾ ਵਾਸ ਕੈਪਟ ਇਨ ਡਾਰਕ, ਬਟ ਇਸ ਗੱਲ ਨਾਲ ਮੈਨੂੰ ਨਹੀਂ ਲੱਗਦਾ ਕਿ ਉਹ ਪੱਲਾ ਝਾੜ ਸਕਦੇ ਨੇ, ਬਿਕੋਜ਼ ਇਟ ਇਜ਼ ਹਿਸ ਡਿਊਟੀ ਟੂ ਨੋ। ਆਫਟਰ ਆਲ ਹੀ ਇਜ਼ ਹੈਡਿੰਗ ਦੀ ਗਵਰਨਮੈਂਟ, ਹੀ ਕੈਨੋਟ ਸੇ ਕਿ ਜੀ ਮੇਰੇ ਆਫਿਸਰਸ ਜੋ ਥੱਲੇ ਕਰ ਰਹੇ ਨੇ ਮੈਨੂੰ ਨਹੀਂ ਪਤਾ। ਆਈਦਰ ਲੈਟ ਹਿਮ ਸੇ ਸੋ ਕਿ ਜੀ ਮੈਨੂੰ ਨਹੀਂ ਪਤਾ, ਦੈਟ ਮੀਨਸ ਇਨਕੰਪੀਟੈਂਟ ਕਿ ਮੈਨੂੰ ਇਹੀ ਨਹੀਂ ਪਤਾ ਮੇਰੇ ਆਫਿਸਰਸ ਕੀ ਕਰ ਰਹੇ ਨੇ, ਔਰ ਹੀ ਇਜ਼ ਹੈਂਡ ਇਨ ਗਲਵ, ਉਹ ਆਪਣੇ ਆਫਿਸਰਸ ਨੂੰ ਅੱਗੇ ਰੱਖ ਕੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਨੇ, ਆਪਣੇ ਆਪ ਨੂੰ ਮਾੜਾ ਨਹੀਂ ਪੈਣ ਦੇਣਾ ਚਾਹੁੰਦੇ ਹੈਗੇ ਨੇ। ਸੋ ਦੇਅਰਫੋਰ ਉਸ ਤਰੀਕੇ ਨਾਲ, ਇਸ ਤਰ੍ਹਾਂ ਡਿਸੀਟਫੁਲ ਤਰੀਕੇ ਨਾਲ ਇਹਨਾਂ ਨੇ ਰੂਲਸ ਨੂੰ ਚੇਂਜ ਕਰਤਾ ਤੇ ਹੁਣ ਇਹ ਕਹਿਣਾ ਚਾਹੁੰਦੇ ਨੇ, ਨਵੀਂ ਨੋਟੀਫਿਕੇਸ਼ਨ ਆਈ ਹੈ 24 ਜੁਲਾਈ ਨੂੰ ਕਿ ਜੀ ਕਮਾਂਡੈਂਟ ਜਨਰਲ ਦੀ ਪੋਸਟ ਨੂੰ ਅਸੀਂ ਰਿਡਿਊਸ ਕਰਕੇ ਐਡੀਸ਼ਨਲ ਕਮਾਂਡੈਂਟ ਜਨਰਲ ਕਵਾਂਗੇ। ਜਿਵੇਂ ਕਿ ਇੱਕ DGP ਹੈ, ਜੇ ਅੱਜ ਦਿਨਕਰ ਗੁਪਤਾ ਜੀ ਨੂੰ ਕਿਹਾ ਜਾਵੇ ਤੁਸੀਂ DGP ਨਾ ਹੋ ਕੇ ਐਡੀਸ਼ਨਲ DGP ਲੱਗ ਜਾਓ, ਵਿਲ ਇਟ ਨਾਟ ਬੀ ਅ ਡਿਮੋਸ਼ਨ? ਜਿਵੇਂ ਕਿ ਤੁਸੀਂ ਰਾਈਟਲੀ ਪੁਆਇੰਟ ਆਊਟ ਕੀਤਾ ਹੈ, ਇਟ ਇਜ਼ ਅ ਡਿਮੋਸ਼ਨ। ਸੋ ਦੇਅਰਫੋਰ ਐਡੀਸ਼ਨਲ ਕਮਾਂਡੈਂਟ ਜਨਰਲ, ਅੱਛਾ ਐਡੀਸ਼ਨਲ ਕਮਾਂਡੈਂਟ ਜਨਰਲ ਪੋਸਟ ਅੱਜ ਤੱਕ ਰੂਲਸ ਕਿਤੇ ਐਗਜ਼ਿਸਟ ਹੀ ਨਹੀਂ ਕਰਦੀ। ਉਸ ਨੂੰ ਉਹਦੀ ਅਪਾਇੰਟਮੈਂਟ ਕਿਸ ਤਰ੍ਹਾਂ ਹੋਣੀ ਹੈ, ਉਹਦੇ ਕੀ ਡਿਊਟੀਜ਼ ਹੋਣਗੀਆਂ, ਉਹਦੇ ਉਸ ਆਫਿਸਰ ਦੇ ਕੀ ਰਾਈਟਸ ਨੇ, ਕੋਈ ਰੂਲਸ ਕਿਤੇ ਵੀ ਡਿਸਕ੍ਰਿਪਸ਼ਨ ਨਹੀਂ ਹੈਗੀ। ਸੋ ਉਹ ਇੱਕ ਖਾਲੀ ਪੋਸਟ ਹੈ, ਇੱਕ ਕਾਗਜ਼ੀ ਪੋਸਟ ਹੈ ਜੋ ਸਾਡੇ ਹੱਥ 'ਚ ਥਮਾ ਦਿੱਤੀ ਗਈ ਹੈ, ਜਿਹਦੇ ਵਿੱਚ ਸਾਡੇ ਕੋਲ ਕੋਈ ਡਿਊਟੀਜ਼ ਨਹੀਂ ਹੈ, ਕੋਈ ਰੂਲਸ ਨਹੀਂ ਹੈ। ਸੋ ਮੇਰੇ ਹਿਸਾਬ ਨਾਲ ਅਸੀਂ ਉਸ ਨੂੰ ਦੁਬਾਰਾ ਚੈਲੰਜ ਕਰਨ ਜਾ ਰਹੇ ਹਾਂ, ਕੇਸ ਤਿਆਰ ਕਰ ਰਹੇ ਹਾਂ। ਸਰਕਾਰ ਨੇ ਕੇਵੀਏਟ ਪਟੀਸ਼ਨ ਆਲਰੇਡੀ ਫਾਈਲ ਕੀਤੀ ਹੋਈ ਹੈ, ਸਰਕਾਰ ਨੂੰ ਪਤਾ ਹੈ, ਡਰ ਹੈ ਕਿ ਸਾਨੂੰ ਸਟੇ ਮਿਲੇਗਾ, ਤਾਂ ਉਹਨਾਂ ਨੇ ਪਹਿਲਾਂ ਕੇਵੀਏਟ ਫਾਈਲ ਕਰਤੀ, ਲਿਖਿਆ ਉਹਦੇ ਵਿੱਚ ਕਿ ਜੀ ਸਟੇ ਦੇਣ ਤੋਂ ਪਹਿਲਾਂ ਸਾਨੂੰ ਬਕਾਇਦਾ ਸੁਣਿਆ ਜਾਵੇ। ਸੋ ਉਹਨਾਂ ਨੂੰ ਪਤਾ ਹੈ ਕਿ ਯੈਸ ਇਹ ਮੂਵ ਚੈਲੰਜ ਹੋਏਗਾ ਕੋਰਟ ਆਫ ਲਾਅ ਦੇ ਵਿੱਚ, ਇਹ ਚੈਲੰਜ ਹੋਣਾ ਹੀ ਹੋਣਾ ਹੈ। ਫਿਰ ਵੀ ਜਾਣ-ਬੁੱਝ ਕੇ ਆਫਿਸਰਸ ਦੇ ਵਿੱਚ ਐਨਮੋਸਟੀ ਕ੍ਰੀਏਟ ਹੋਵੇ, ਉਹਨਾਂ ਦੇ ਵਿੱਚ ਇੱਕ ਯੂਨੀਫਾਰਮਿਟੀ ਨਾ ਰਵੇ, ਇਸ ਤਰ੍ਹਾਂ ਦੇ ਮੂਵ ਸਰਕਾਰ ਬਾਰ-ਬਾਰ ਲੈ ਰਹੀ ਹੈ ਜੋ ਬੜੇ ਹੀ ਗਲਤ ਨੇ। ਸੋ ਇਹ ਹੈ ਤੁਹਾਡਾ ਪਹਿਲੇ ਸਵਾਲ ਦਾ ਜਵਾਬ ਕਿ ਉਹਨਾਂ ਨੂੰ ਡਿਮੋਟ ਕਿੱਦਾਂ ਕੀਤਾ ਜਾ ਰਿਹਾ। ਦੂਸਰਾ, ਜਿਵੇਂ ਕਿ ਤੁਸੀਂ ਪੁਆਇੰਟ ਆਊਟ ਕੀਤਾ ਕਿ ਕਿਆ ਐਡਵੋਕੇਟ ਜਨਰਲ ਜੋ ਇਹਨਾਂ ਦੇ ਸਰਕਾਰੀ ਵਕੀਲ ਹੁੰਦੇ ਨੇ, ਕਿਆ ਉਹਨਾਂ ਦੀ ਕੋਈ ਓਪੀਨੀਅਨ ਲਿੱਤੀ ਗਈ ਕਿ ਨਹੀਂ। ਦੇਖੀਏ, ਜਦੋਂ ਵੀ ਕੋਈ ਡਿਪਾਰਟਮੈਂਟ ਦੇ ਰੂਲਸ ਮੋਡੀਫਾਈ ਕਰਨ ਲਈ ਕੋਈ ਵੀ ਫਾਈਲ ਪ੍ਰਪੋਜ਼ ਕੀਤੀ ਜਾਂਦੀ ਹੈ, ਆਫਕੋਰਸ ਇੱਕ ਐਡਵੋਕੇਟ ਜਨਰਲ ਦਾ ਓਪੀਨੀਅਨ ਲਿੱਤਾ ਜਾਂਦਾ ਹੈ। ਫੋਰਚੂਨੇਟਲੀ ਫॉर ਅਸ ਐਂਡ ਅਨਫੋਰਚੂਨੇਟਲੀ ਫॉर them ਆਈਲ ਸੇ, ਅਸੀਂ ਇੱਕ RTI ਦੇ ਵਿੱਚ ਐਪਲੀਕੇਸ਼ਨ ਮੂਵ ਕੀਤੀ ਸੀ ਤੇ ਉਹਦੀ ਕਾਪੀ ਮੰਗੀ ਸੀ ਇਹਨਾਂ ਕੋਲ। ਉਸ ਬਹੁਤ ਅੱਜ ਤੋਂ 4-5-6 ਮਹੀਨੇ ਪਹਿਲਾਂ ਦੀ ਗੱਲ ਹੈ, ਬਿਕੋਜ਼ ਸਾਨੂੰ ਜਦੋਂ ਪਤਾ ਲੱਗਿਆ ਪ੍ਰੋਸੈਸ ਚੱਲ ਰਿਹਾ ਤਾਂ ਅਸੀਂ ਕਾਪੀ ਮੰਗੀ ਸੀ। ਉਹ ਕਾਪੀ ਅੱਜ ਮੇਰੇ ਕੋਲ ਹੈ, ਜੇ ਤੁਸੀਂ ਚਾਹੋ ਤਾਂ ਮੈਂ ਉਸ ਕਾਪੀ ਨੂੰ ਦਿਖਾ ਵੀ ਸਕਦਾ ਹਾਂ। ਦੈਟ ਕਾਪੀ ਇਜ਼ ਵਿਦ ਮੀ। ਮੈਂ ਉਸ ਦੇ ਵਿੱਚ ਬੜੀ ਇੱਕ ਕਲੀਅਰ ਲਾਈਨ ਹੈ, ਅਤੁਲ ਨੰਦਾ ਜੋ ਐਡਵੋਕੇਟ ਜਨਰਲ ਪੰਜਾਬ ਨੇ, ਉਹਨਾਂ ਨੇ ਸਪੈਸੀਫਿਕਲੀ ਲਿਖਿਆ ਹੈ, ਇਟ ਇਜ਼ ਓਨਲੀ ਟਰਾਈਡ ਟੂ ਐਡ that the amendment being prospective in nature does not involve any effect on any right that have already been vested। ਕਿ ਜੇ ਕੋਈ ਅਮੈਂਡਮੈਂਟ ਕਰਾਂਗੇ ਤਾਂ ਉਹ ਅਮੈਂਡਮੈਂਟ ਪ੍ਰੋਸਪੈਕਟਿਵ ਇਨ ਨੇਚਰ ਹੋਏਗੀ, ਰੈਟਰੋਸਪੈਕਟਿਵ ਨਹੀਂ ਹੋਏਗੀ। ਜਦ ਕਿ ਔਨ ਦੀ ਕੰਟਰੇਰੀ I don't think so they are putting their mouth where the money is or where the money where the mouth is।
ਉਹਨਾਂ ਨੇ ਜਿਹੜੀ ਹੈ ਨੋਟੀਫਿਕੇਸ਼ਨ ਕੱਢੀ ਹੈ 24 ਜੁਲਾਈ ਨੂੰ, ਉਹਦੇ ਵਿੱਚ ਇਹਨਾਂ ਨੇ ਪੋਸਟ ਜਿਹੜੀ ਕਮਾਂਡੈਂਟ ਜਨਰਲ ਦੀ ਹੈ ਉਹਨੂੰ ਐਡੀਸ਼ਨਲ ਕਮਾਂਡੈਂਟ ਜਨਰਲ ਕਰਤਾ ਹੈ ਵਿਦ ਇਮੀਡੀਏਟ ਇਫੈਕਟ। ਸੋ ਇਫ ਆਈ ਐਮ ਆਲਰੇਡੀ ਪੋਸਟਡ ਐਜ਼ ਕਮਾਂਡੈਂਟ ਜਨਰਲ ਤੇ ਤੁਸੀਂ ਬਾਰ-ਬਾਰ ਪੁਰਾਣੀ ਨੋਟੀਫਿਕੇਸ਼ਨਸ 'ਚ ਲਿਖ ਰਹੇ ਹੋ ਕਿ ਮੈਂ ਇਸ ਪੋਸਟ ਤੇ ਰਹੂੰਗਾ ਟਿਲ ਮਾਈ ਰਿਟਾਇਰਮੈਂਟ, then how this notification is given effect retrospectively? ਸੋ देयरफॉर ਇਹ ਕਿਸ ਤਰ੍ਹਾਂ ਦੁਬਾਰਾ ਇਸ ਚੀਜ਼ ਨੂੰ ਆਪਣੇ ਐਡਵੋਕੇਟ ਜਨਰਲ ਦੀ ਓਪੀਨੀਅਨ ਦੇ ਅਗੇਂਸਟ ਜਾ ਰਹੇ ਨੇ, ਇਹ ਰਿਕਾਰਡ ਤੋਂ ਬੜਾ ਸਾਫ਼ ਕਲੀਅਰ ਹੁੰਦਾ ਪਿਆ ਹੈ। ਅਤੁਲ ਜੀ, ਇਹ ਤੁਹਾਡੇ ਸਾਰੀ ਗੱਲਬਾਤ ਤੋਂ ਇਹ ਲੱਗ ਰਿਹਾ ਵੀ ਜਾਂ ਤਾਂ ਇਹ ਸਰਕਾਰ ਨੂੰ ਅਫਸਰ ਚਲਾ ਰਹੇ ਨੇ, ਕੁਝ ਇੱਕ ਮੁੱਠੀ ਭਰ ਅਫਸਰ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਵਕੂਫ ਬਣਾ ਰਹੇ ਨੇ ਔਰ ਉਹਨਾਂ ਨੂੰ ਮਿਸਗਾਈਡ ਕਰ ਰਹੇ ਨੇ, ਜਾਂ ਕਿਹੜੇ ਐਸੇ ਇਨਫਲੂਐਂਸ਼ੀਅਲ ਬੰਦੇ ਨੇ ਕਿ ਜਿਹੜੇ ਕਿ ਇਸ ਸਾਰੇ ਮਸਲੇ ਨੂੰ ਉਲਝਾ ਕੇ ਰੱਖਿਆ ਹੋਇਆ ਹੈ। ਹੁਣ ਇਹ ਦੱਸੋ ਵੀ ਇਸ ਦਾ ਜਿਹੜਾ ਇੰਪੈਕਟ ਹੈ ਇਹ ਕਿੰਨੇ ਸਾਲ ਦੀ ਉਹਨਾਂ ਦੀ ਜੌਬ ਪਈ ਹੈ ਔਰ ਕਿਵੇਂ ਉਹਨਾਂ ਦੇ ਕੈਰੀਅਰ ਨੂੰ ਇਫੈਕਟ ਕਰੇਗਾ? ਦੇਖੋ ਜੀ, ਅਜੇ 2 ਸਾਲ ਦੀ ਉਹਨਾਂ ਦੀ ਸਰਵਿਸ ਹੋਰ ਪਈ ਹੈ ਐਂਡ ਜਿਸ ਕਿਸੇ ਆਫਿਸਰ ਨੂੰ ਉਹ ਹੁਣ 4 ਦੇਣਾ ਚਾਹੁੰਦੇ ਹੈਗੇ ਨੇ, ਜੇ ਵਰਚੁਅਲੀ ਉਹਨਾਂ ਨੂੰ DGP ਕਮਾਂਡ ਹੋਮਗਾਰਡ ਸਿਵਲ ਡਿਫੈਂਸ ਐਂਡ ਕਮਾਂਡੈਂਟ ਜਨਰਲ ਦੀ ਪੋਸਟ ਮਿਲ ਜਾਂਦੀ ਹੈ, ਦੈਨ ਦੈਟ DGP ਐਨ IPS ਆਫਿਸਰ ਵਿਲ ਬਿਕਮ ਦੀ ਹੈਡ ਆਫ ਦ ਡਿਪਾਰਟਮੈਂਟ। ਸੋ ਸਭ ਤੋਂ ਪਹਿਲੀ ਗੱਲ ਤਾਂ ਇੱਕ ਆਪਣੇ ਆਪ 'ਚ ਬਹੁਤ ਬੜਾ ਗਲਤ ਐਗਜ਼ਾਮਪਲ ਸੈੱਟ ਕਰਦੇ ਪਏ ਨੇ। ਐਗਜ਼ਾਮਪਲ ਇਹ ਸੈੱਟ ਕਰਦੇ ਪਏ ਹੈਗੇ ਨੇ ਕਿ ਜੀ ਜੇ ਕੋਈ ਪਰਸਨ ਨੂੰ ਸਰਕਾਰ ਅਪਾਇੰਟ ਕਰਦੀ ਹੈ ਤਾਂ ਸਰਕਾਰ ਦੇ ਆਪਣੇ ਆਰਡਰ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਰਹਿ ਜਾਂਦੀ। ਕੱਲ੍ਹ ਨੂੰ ਸਰਕਾਰ ਚਾਹੇ ਤਾਂ ਹੋਰ ਕਿਸੇ ਵੀ ਆਫਿਸਰ ਦੀ ਅਪਾਇੰਟਮੈਂਟ ਨੂੰ ਕੱਲ੍ਹ ਨੂੰ ਕੈਂਸਲ ਕਰਕੇ ਬੋਲ ਸਕਦੀ ਹੈ ਕਿ ਜੀ ਨਹੀਂ, ਅੱਜ ਤੋਂ ਤੁਸੀਂ ਇਹ ਆਫਿਸਰ ਨਾ ਹੋ ਕੇ ਲੋਅਰ ਰੈਂਕ ਦੇ ਆਫਿਸਰ ਹੋਵੋਗੇ। ਉਹਦੇ ਨਾਲ ਸਭ ਤੋਂ ਬੜਾ ਇੰਪੈਕਟ ਇਹ ਪੈਂਦਾ ਹੈ ਕਿ ਮੋਰਲ ਗਿਰਦਾ ਹੈ। ਜਿਹੜਾ ਵੀ ਕੋਈ ਆਫਿਸਰ ਹੈ, ਜਿਹੜਾ ਵੀ ਕੋਈ ਡਿਪਾਰਟਮੈਂਟ ਆਫੀਸ਼ੀਅਲ ਹੈ, ਦੇਖੀਏ ਜਦੋਂ ਉਹ ਕੰਮ ਕਰਦਾ ਹੈ ਉਹ ਬਿਨਾਂ ਕਿਸੇ ਫੀਅਰ, ਬਿਨਾਂ ਕਿਸੇ ਪ੍ਰੈਸ਼ਰ, ਬਿਨਾਂ ਕਿਸੇ ਕੋਰਜਨ ਤੋਂ ਤਾਂ ਹੀ ਕਰ ਸਕਦਾ ਹੈ ਜੋ ਉਹਨੂੰ ਆਪਣੇ ਜੌਬ ਦੀ, ਆਪਣੇ ਵਰਕ ਦੀ ਸਿਕਿਉਰਿਟੀ ਹੈ। ਜੇ ਉਹ ਸਿਕਿਉਰਿਟੀ ਹੀ ਤੁਸੀਂ ਉਹਦੇ ਕੋਲੋਂ ਵਾਪਸ ਲੈ ਲਓਗੇ ਤਾਂ ਸਰਕਾਰ ਦੇ ਜਿਹੜੇ ਆਫਿਸਰਸ ਹੈ ਉਹਨਾਂ ਦੀ ਆਊਟਪੁੱਟ ਘਟੇਗੀ, ਉਹਨਾਂ ਦੀ ਐਫੀਸ਼ੀਐਂਸੀ ਘਟੇਗੀ, ਉਹਨਾਂ ਦਾ ਧਿਆਨ ਇਸ ਵੱਲ ਰਹੇਗਾ ਕਿ ਕਿਸ ਤਰ੍ਹਾਂ ਮੈਂ ਆਪਣੀ ਪੋਸਟ ਨੂੰ ਬਚਾਵਾਂ, ਕਿਸ ਤਰ੍ਹਾਂ ਮੈਂ, ਜਾਂ ਜਿਹੜਾ ਕੋਈ ਓਪਰਚੁਨਿਸਟਿਕ ਆਫਿਸਰ ਹੋਏਗਾ ਉਹਦਾ ਧਿਆਨ ਸਿਰਫ ਇਸ ਵੱਲ ਰਹੇਗਾ ਕਿਸ ਤਰ੍ਹਾਂ ਮੈਂ ਕਿਸੇ ਦੂਸਰੇ ਦੀ ਪੋਸਟ ਨੂੰ ਗ੍ਰੈਬ ਕਰਾਂ, ਬਜਾਏ ਕਿ ਇਸ ਤੇ ਮੈਂ ਆਪਣੇ ਕੰਮ ਵੱਲ ਧਿਆਨ ਦੇਵਾਂ। ਔਰ ਸਿਰਫ ਇਹਦਾ ਇੰਪੈਕਟ ਇਸ ਡਿਪਾਰਟਮੈਂਟ ਦੇ ਨਹੀਂ ਹੈ। ਦੇਖੀਏ ਹੋਰ ਬਹੁਤ ਸਾਰੇ ਐਸੇ ਡਿਪਾਰਟਮੈਂਟਸ ਨੇ ਜਿਨ੍ਹਾਂ ਦੇ ਵਿੱਚ ਹਜੇ IPS ਆਫਿਸਰ ਹੈਡ ਨਹੀਂ ਕਰਦੇ ਨੇ। ਸੋ देयरफॉर ਕੱਲ੍ਹ ਨੂੰ ਉਹਨਾਂ ਡਿਪਾਰਟਮੈਂਟਸ 'ਤੇ ਵੀ ਖਤਰਾ ਹੈ। ਕੱਲ੍ਹ ਨੂੰ ਤੁਸੀਂ ਫਾਇਰ ਬ੍ਰਿਗੇਡ ਡਿਪਾਰਟਮੈਂਟ ਨੂੰ ਕਹੋਗੇ ਕਿ ਜੀ ਉਹਦਾ ਡਾਇਰੈਕਟਰ ਜਨਰਲ ਆਫ ਫਾਇਰ ਸਰਵਿਸਿਜ਼ ਹਟਾ ਕੇ ਇੱਕ IPS ਆਫਿਸਰ ਬਣੇਗਾ ਜੀ ਉਹਦਾ। ਇਨਫੈਕਟ ਮੈਨੂੰ ਐਂ ਲੱਗਦਾ ਹੈ ਜਾਂ ਤਾਂ ਕਾਂਗਰਸ ਸਰਕਾਰ ਨੂੰ ਨੌਲੇਜ ਨਹੀਂ ਹੈ ਇਸ ਚੀਜ਼ ਦੀ, ਜਾਂ ਜਾਣਬੁੱਝ ਕੇ ਪੋਲਿਟਿਕਸ ਖੇਲੀ ਜਾ ਰਹੀ ਹੈ। ਦੇਖिए ਉਹਨਾਂ ਦੀ ਆਪਣੀ ਹੀ ਸੈਂਟਰਲ ਗਵਰਨਮੈਂਟ ਦੀ, ਮੈਂ ਸਰਕਾਰ ਦੇ ਇੱਕ ਬਹੁਤ ਬੜੇ ਆਫਿਸਰ ਦੀ ਜਾਂ ਮਿਨਿਸਟਰ ਦੀ ਮੈਂ ਇੱਕ ਐਗਜ਼ਾਮਪਲ ਲੈਣਾ ਚਾਹੂੰਗਾ, P ਚਿਦੰਬਰਮ, ਜਿਹੜੇ ਕਿ ਇੱਕ ਪਾਰਲੀਮੈਂਟਰੀ ਕਮੇਟੀ ਨੂੰ ਹੈਡ ਕਰਦੇ ਪਏ ਹੈਗੇ ਨੇ। ਉਹਨਾਂ ਨੇ 2018 ਦੇ ਵਿੱਚ ਇੱਕ ਰਿਪੋਰਟ ਸਬਮਿਟ ਕੀਤੀ ਸੀਗੀ। ਰਿਪੋਰਟ ਇਸ ਚੀਜ਼ ਦੀ ਸਬਮਿਟ ਕੀਤੀ ਗਈ ਸੀ ਕਿ ਜੀ ਜਿਹੜੇ IPS ਆਫਿਸਰ ਆਰਮਡ ਫੋਰਸਿਸ ਜਿਵੇਂ ਕਿ CRPF ਹੋ ਗਿਆ, ITB ਹੋ ਗਏ, ਇਸ ਤਰ੍ਹਾਂ ਦੇ ਜਿੰਨੇ ਅਲੱਗ-ਅਲੱਗ ਸਾਡੀ ਫੋਰਸਿਸ ਹੈਗੀਆਂ, BSF ਹੋ ਗਿਆ, ਇਹਨਾਂ ਡਿਪਾਰਟਮੈਂਟਸ ਨੂੰ ਵੀ ਜੇ ਤੁਸੀਂ ਦੇਖੋਗੇ IPS ਆਫਿਸਰ ਹੈਡ ਕਰਦੇ ਨੇ। ਸੋ ਉਹਨਾਂ ਨੇ ਬਕਾਇਦਾ ਇੱਕ ਰਿਪੋਰਟ ਸਬਮਿਟ ਕੀਤੀ ਕਿ ਜੀ ਨਹੀਂ, ਇਹਨਾਂ ਆਫਿਸਰਸ ਨੂੰ IPS ਆਫਿਸਰ ਨਹੀਂ ਹੈਡ ਕਰਨਾ ਚਾਹੀਦਾ। ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਹੀ ਆਫਿਸਰਸ ਨੇ ਉਹਨਾਂ ਨੂੰ ਓਪਰਚੁਨਿਟੀ ਮਿਲਣੀ ਚਾਹੀਦੀ ਹੈ ਕਿ ਉਹ ਗਰੋ ਕਰਨ ਤੇ ਗਰੋ ਕਰਕੇ ਅੱਗੇ ਇਸ ਡਿਪਾਰਟਮੈਂਟ ਨੂੰ ਹੈਡ ਕਰਨ। ਔਰ ਮੈਨੂੰ ਹੈਰਾਨੀ ਆਇਆ ਹੈ ਕਿ ਸੈਂਟਰ ਦੇ ਵਿੱਚ ਇਹਨਾਂ ਦਾ ਸਟੈਂਡ ਕੁਝ ਹੋਰ ਹੈ ਤੇ ਸਟੇਟ ਦੇ ਵਿੱਚ ਸਟੈਂਡ ਕੁਝ ਹੋਰ ਹੈ। ਸਟੇਟ ਦੇ ਵਿੱਚ ਇਹ ਚਾਹੁੰਦੇ ਨੇ ਕਿ ਸਾਰੇ ਡਿਪਾਰਟਮੈਂਟਾਂ ਨੂੰ ਸਾਡਾ IPS ਆਫਿਸਰ ਐਡ ਕਰੇ, ਜਦਕਿ ਸੈਂਟਰ ਦੇ ਵਿੱਚ ਇਹ ਚਾਹੁੰਦੇ ਨੇ ਕਿ IPS ਆਫਿਸਰਸ ਦੀ ਜਿਹੜੀ ਲੌਬੀ ਹੈ ਉਹਨੂੰ ਕਰਟੇਲ ਕੀਤਾ ਜਾਵੇ। ਸੋ ਸਰਕਾਰ ਨੂੰ ਆਪਣੀ ਪ੍ਰਾਇੋਰਟੀ ਸੈੱਟ ਕਰਨੀ ਚਾਹੀਦੀ ਹੈਗੀ ਹੈ। ਅਤੁਲ ਜੀ ਨੇ ਬੜੇ ਵਧੀਆ ਤਰੀਕੇ ਸਾਨੂੰ ਇਹ ਗੱਲ ਦੱਸੀ ਹੈ ਕਿ ਕਿਸ ਤਰੀਕੇ KS ਘੁੰਮਣ ਦੀ ਜਿਹੜੀ ਅਪੁਆਇੰਟਮੈਂਟ ਹੈ ਉਸ ਨੂੰ ਇਹਨਾਂ ਨੇ ਪਹਿਲਾਂ ਅਪਰੂਵਲ ਦਿੱਤੀ। ਅਪਰੂਵਲ ਦੇਣ ਤੋਂ ਬਾਅਦ ਇਹਨਾਂ ਕੋਲ IPS ਅਫਸਰ ਵੱਧ ਗਏ। IPS ਅਫਸਰ ਵਧਣ ਕਰਕੇ ਇਹਨਾਂ ਨੂੰ ਹੁਣ ਉਹ IPS ਅਫਸਰ ਕਿਤੇ ਨਾ ਕਿਤੇ ਐਡਜਸਟ ਕਰਨੇ ਸੀ, ਐਡੀਸ਼ਨਲ DGP ਰੈਂਕ ਦੇ ਅਫਸਰ। ਇਹਨਾਂ ਨੇ ਹੁਣ KS ਘੁੰਮਣ ਦੀ ਪ੍ਰਮੋਸ਼ਨ ਹੈਗੀ ਆ ਉਹਨੂੰ ਆਪ ਹੀ ਕੈਂਸਲ ਕਰਕੇ ਤੇ ਉੱਥੇ ਇੱਕ IPS ਅਫਸਰ ਨੂੰ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਜੇ ਇਸ ਤਰੀਕੇ ਹੀ ਸਰਕਾਰ ਆਪਣੇ ਫੈਸਲੇ ਪਲਟਦੀ ਰਹੇਗੀ ਤੇ ਕਿਸ ਤਰ੍ਹਾਂ ਇਹ ਸਰਕਾਰ ਚੱਲੇਗੀ ਔਰ ਕਿਸ ਤਰ੍ਹਾਂ ਇੱਕ ਆਮ ਪਬਲਿਕ ਦੇ ਮਸਲੇ ਹੱਲ ਹੋਣਗੇ? ਜਦੋਂ ਕਿ ਅਫਸਰ ਜੇ ਸਾਰਾ ਦਿਨ ਆਪਣੀ ਲੜਾਈ 'ਚ ਹੀ ਲੱਗੇ ਰਹਿਣਗੇ ਤਾਂ ਆਮ ਬੰਦੇ ਦੇ ਕੰਮ, ਆਮ ਬੰਦੇ ਦੀ ਦਿੱਕਤਾਂ ਕਦੋਂ ਉਹ ਸੁਣਨਗੇ ਔਰ ਕਦੋਂ ਉਹ ਹੱਲ ਕਰਨਗੇ? ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਦੱਸੇਗਾ ਵੀ ਕੋਰਟ ਕੀ ਫੈਸਲਾ ਲੈਂਦਾ ਹੈ ਔਰ ਸਰਕਾਰ ਇਸ ਵਿੱਚ ਕੀ ਅੱਗੇ कदम लेती है। नेशनल बस पर लेटेस्ट न्यूज और एंटरटेनमेंट वीडियोस देखने के लिए सब्सक्राइब करें, लाइक करें, कमेंट करें और शेयर करें। थैंक्स फॉर वॉचिंग।